ਮੇਰੇ ਪਤੀ ਰੋਜ਼ਾਨਾ ਸ਼ਹਿਰ ਤੋਂ ਮੇਰੇ ਲਈ ਜਲੇਬੀ ਲੈ ਕੇ ਆਉਂਦੇ, ਜਿਸ ਨੂੰ ਮੈਂ ਬੜੇ ਸ਼ੌਂਕ ਨਾਲ ਖਾਂਦੀ। ਪਰ ਉਸ ਤੋਂ ਬਾਅਦ ਮੈਨੂੰ ਹੋਸ਼ ਨਹੀਂ ਰਹਿੰਦਾ ਸੀ। ਸਵੇਰੇ ਉੱਠਦੀ ਤਾਂ ਕੱਪੜੇ ਗਿੱਲੇ ਹੁੰਦੇ। ਫਿਰ ਇੱਕ ਦਿਨ ਮੈਂ ਪਤੀ ਦੀਆਂ ਲਿਆਂਦੀਆਂ ਜਲੇਬੀਆਂ ਸੁੱਟ ਦਿੱਤੀਆਂ ਤੇ ਸੌਣ ਦਾ ਬਹਾਨਾ ਕਰਕੇ ਸੋ ਗਈ। ਤੇ ਫਿਰ ਜੋ ਮੇਰੇ ਪਤੀ ਨੇ ਮੇਰੇ ਨਾਲ ਕੀਤਾ, ਸੁਣ ਕੇ ਰੌਂਗਟੇ ਖੜੇ ਹੋ ਜਾਣਗੇ, ਕਿਉਂਕਿ ਮੇਰੇ ਪਤੀ ਪਹਿਲੀ ਨਜ਼ਰ ਵਿੱਚ ਹੀ ਮੈਨੂੰ ਆਪਣਾ ਦਿਲ ਹਾਰ ਚੁੱਕੇ ਸੀ। ਵੈਸੇ ਮੈਂ ਪੇਂਡੂ ਕੁੜੀ ਸੀ। ਮੈਂ ਆਪਣੇ ਵਿਆਹ ਨੂੰ ਲੈ ਕੇ ਬੜੇ ਸੁਪਨੇ ਵੇਖੇ ਸੀ। ਵਿਆਹ ਦੀ ਪਹਿਲੀ ਰਾਤ ਹੀ ਪ੍ਰਦੀਪ ਮੇਰੇ ਲਈ ਜਲੇਬੀ ਖਾਣ ਲਈ ਲੈ ਕੇ ਆਏ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਹੱਥ ਨਾਲ ਤੈਨੂੰ ਖਵਾਵਾਂਗਾ। ਇਹ ਸੁਣ ਕੇ ਮੇਰੇ ਬੁੱਲ੍ਹਾਂ 'ਤੇ ਮੁਸਕਾਨ ਆ ਗਈ। ਪ੍ਰਦੀਪ ਨੇ ਮੈਨੂੰ ਜਲੇਬੀ ਖਵਾਈ। ਉਹ ਬਹੁਤ ਸਵਾਦ ਸੀ। ਮੈਂ ਖੁਸ਼ੀ-ਖੁਸ਼ੀ ਜਲੇਬੀ ਖਾ ਲਈ। ਪ੍ਰਦੀਪ ਮੇਰੇ ਨਾਲ ਗੱਲਾਂ ਕਰਨ ਲੱਗੇ, ਪਰ ਮੈਨੂੰ ਥੋੜੀ ਦੇਰ ਬਾਅਦ ਬਹੁਤ ਗੂੜੀ ਨੀਂਦ ਆ ਗਈ। ਸਵੇਰੇ ਬਹੁਤ ਵੱਡੇ ਦਿਨ ਮੇਰੀ ਅੱਖ ਖੁੱਲੀ। ਮੇਰੇ ਕੱਪੜੇ ਗਿੱਲੇ ਸਨ। ਮੈਂ ਸੋਚ ਰਹੀ ਸੀ ਕਿ ਰਾਤ ਨੂੰ ਮੈਨੂੰ ਇੰਨੀ ਨੀਂਦ ਕਿਵੇਂ ਆ ਗਈ। ਮੈਂ ਨਹਾ ਧੋ ਕੇ ਤਿਆਰ ਹੋ ਗਈ। ਉਦੋਂ ਹੀ ਪ੍ਰਦੀਪ ਕਮਰੇ ਵਿੱਚ ਆਏ। ਉਹਨਾਂ ਦਾ ਮੂਡ ਬਹੁਤ ਖਰਾਬ ਸੀ। ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਪ੍ਰਦੀਪ ਤਾਂ ਗੁੱਸੇ ਵਿੱਚ ਸੀ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ। ਫਿਰ ਮੈਂ ਸੋਚਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਪ੍ਰਦੀਪ ਨੂੰ ਮਨਾ ਕੇ ਰਹਾਂਗੀ। ਪ੍ਰਦੀਪ ਦੇ ਕਮਰੇ ਵਿੱਚੋਂ ਬਾਹਰ ਜਾਣ ਤੋਂ ਬਾਅਦ ਮੇਰੀ ਸੱਸ ਕਮਰੇ ਵਿੱਚ ਆਈ। ਮੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਉਹ ਪੁੱਛਣ ਲੱਗੀ ਕਿ ਕੀ ਹੋਇਆ। ਮੈਂ ਦੱਸ ਦਿੱਤਾ ਕਿ ਮੈਂ ਪ੍ਰਦੀਪ ਨੂੰ ਨਾਰਾਜ਼ ਕਰ ਦਿੱਤਾ ਹੈ। ਉਹ ਕਹਿਣ ਲੱਗੀ ਕਿ ਮੈਂ ਹੁਣੇ ਉਸ ਨਾਲ ਗੱਲ ਕਰਦੀ ਹਾਂ, ਪਰ ਮੈਂ ਮੇਰੀ ਸੱਸ ਨੂੰ ਰੋਕ ਦਿੱਤਾ, ਕਿਤੇ ਪ੍ਰਦੀਪ ਹੋਰ ਨਾਰਾਜ਼ ਨਾ ਹੋ ਜਾਵੇ। ਮੇਰੀ ਗੱਲ ਸੁਣ ਕੇ ਉਹ ਖਾਮੋਸ਼ ਹੋ ਗਈ ਤੇ ਕਹਿਣ ਲੱਗੀ, ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਤੇ ਨਾ ਲਾ। ਹੌਲੀ-ਹੌਲੀ ਤੈਨੂੰ ਪ੍ਰਦੀਪ ਦੀਆਂ ਆਦਤਾਂ ਦਾ ਪਤਾ ਚੱਲ ਜਾਵੇਗਾ। ਮੈਨੂੰ ਆਪਣੀ ਸੱਸ ਦੀ ਗੱਲ ਸੁਣ ਕੇ ਥੋੜਾ ਹੌਸਲਾ ਮਿਲਿਆ। ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਸੀ ਕਿ ਮੇਰੇ ਵਿਆਹ ਤੋਂ ਪਹਿਲਾਂ ਹੀ ਸਾਨੂੰ ਜਾਣਦੀ ਸੀ ਤੇ ਹਮੇਸ਼ਾ ਤੋਂ ਮੈਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੀ ਸੀ। ਪ੍ਰਦੀਪ ਦੀ ਸ਼ਹਿਰ ਵਿੱਚ ਚੰਗੀ ਨੌਕਰੀ ਸੀ, ਇਸ ਲਈ ਉਹ ਸਵੇਰੇ ਚਲਿਆ ਜਾਂਦਾ ਤੇ ਰਾਤ ਨੂੰ ਹੀ ਘਰ ਵਾਪਸ ਆਉਂਦਾ। ਪਰ ਅੱਜ ਪ੍ਰਦੀਪ ਘਰ ਹੀ ਸੀ, ਪਰ ਮੇਰੇ ਨਾਲ ਗੁੱਸੇ ਸੀ। ਪੂਰਾ ਦਿਨ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਸਾਰਾ ਦਿਨ ਬਿਨ ਪਾਣੀ ਤੇ ਮਛਲੀ ਵਾਂਗ ਤੜਪਦੀ ਰਹੀ, ਪਰ ਉਹ ਇੱਕ ਵਾਰ ਵੀ ਮੇਰੇ ਵੱਲ ਨਾ ਝਾਕਿਆ। ਸਾਰਾ ਦਿਨ ਛੱਤ ਤੇ ਹੀ ਰਹਾ। ਮੇਰਾ ਸਸੁਰਾਲ ਵਿੱਚ ਪਹਿਲਾ ਦਿਨ ਹੋਣ ਕਰਕੇ ਮੈਂ ਛੱਤ ਤੇ ਵੀ ਨਹੀਂ ਜਾ ਸਕੀ। ਰਾਤ ਨੂੰ ਪ੍ਰਦੀਪ ਖੁਦ ਹੀ ਕਮਰੇ ਵਿੱਚ ਆਇਆ। ਮੇਰੀਆਂ ਅੱਖਾਂ ਰੋ-ਰੋ ਕੇ ਸੁੱਜ ਚੁੱਕੀਆਂ ਸਨ। ਉਹ ਮੇਰੇ ਕੋਲ ਬੈਠ ਕੇ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦੇ, ਮੈਂ ਗੁੱਸੇ ਵਿੱਚ ਆ ਗਿਆ ਸੀ। ਮੈਂ ਤੇਰੇ ਨਾਲ ਗੱਲਾਂ ਕਰ ਰਿਹਾ ਸੀ ਤੇ ਤੂੰ ਸੋ ਗਈ। ਫਿਰ ਮੇਰੇ ਉਠਾਉਣ ਤੇ ਵੀ ਨਾ ਉੱਠੀ, ਇਸ ਲਈ ਮੈਨੂੰ ਗੁੱਸਾ ਆ ਗਿਆ। ਮੈਨੂੰ ਪਤਾ ਸੀ ਕਿ ਗਲਤੀ ਮੇਰੀ ਹੈ, ਇਸ ਲਈ ਮੈਂ ਵੀ ਪ੍ਰਦੀਪ ਤੋਂ ਮਾਫ਼ੀ ਮੰਗੀ ਤੇ ਕਿਹਾ ਕਿ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ। ਉਹ ਖੁਸ਼ ਹੋ ਗਿਆ। ਪਰ ਅੱਜ ਫਿਰ ਪ੍ਰਦੀਪ ਜਲੇਬੀ ਲੈ ਕੇ ਆਏ ਤੇ ਮੇਰੇ ਮੂੰਹ ਵਿੱਚ ਜਲੇਬੀ ਪਾ ਕੇ ਮੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗੇ, ਪਰ ਮੈਨੂੰ ਕੋਈ ਹੋਸ਼ ਹੀ ਨਾ ਰਿਹਾ। ਥੋੜੀ ਦੇਰ ਬਾਅਦ ਮੈਨੂੰ ਬਹੁਤ ਗੂੜੀ ਨੀਂਦ ਆ ਗਈ। ਸਵੇਰੇ ਫਿਰ ਮੈਂ ਵੱਡੇ ਦਿਨ ਉੱਠੀ। ਮੇਰੇ ਕੱਪੜੇ ਪਿਛਲੀ ਰਾਤ ਦੀ ਤਰ੍ਹਾਂ ਗਿੱਲੇ ਸਨ। ਮੇਰੇ ਤਾਂ ਹੋਸ਼ ਹੀ ਉੱਡ ਗਏ। ਫਿਰ ਪ੍ਰਦੀਪ ਗੁੱਸਾ ਹੋ ਗਿਆ ਹੋਵੇਗਾ, ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਇੰਨੀ ਗਹਿਰੀ ਨੀਂਦ ਕਿਵੇਂ ਆ ਜਾਂਦੀ ਸੀ। ਮੈਂ ਕੱਪੜੇ ਬਦਲੇ ਤੇ ਤਿਆਰ ਹੋ ਗਈ। ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਪ੍ਰਦੀਪ ਮੇਰੀ ਸੱਸ ਨੂੰ ਕਹਿ ਰਿਹਾ ਸੀ, ਮੇਰਾ ਇਸ ਤਰ੍ਹਾਂ ਦੀ ਕੁੜੀ ਨਾਲ ਕਰਵਾਉਣਾ ਦਿੱਤਾ, ਜਿਸ ਨੂੰ ਸੌਣ ਉੱਠਣ ਦੀ ਕੋਈ ਸਮਝ ਨਹੀਂ ਹੈ। ਮੈਂ ਕਿਵੇਂ ਉਸ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਉਸ ਕੋਲੋਂ ਤਾਂ ਸਵੇਰੇ ਵੀ ਸਮੇਂ 'ਤੇ ਨਹੀਂ ਉੱਠਿਆ ਜਾਂਦਾ। ਹੁਣ ਤੱਕ ਸੋ ਰਹੀ ਹੈ। ਜੇ ਅਜਿਹਾ ਹੀ ਚੱਲਦਾ ਰਹਾ, ਮੈਂ ਜ਼ਿਆਦਾ ਦਿਨਾਂ ਤੱਕ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਾਂਗਾ। ਪ੍ਰਦੀਪ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਘਬਰਾ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਸ ਦਾ ਰਵੱਈਆ ਇੰਨਾ ਸਖਤ ਹੋਵੇਗਾ। ਮੈਂ ਚੁੱਪਚਾਪ ਰਸੋਈ ਵਿੱਚ ਚਲੀ ਗਈ। ਮੇਰੀ ਸੱਸ ਸਵੇਰ ਤੋਂ ਕੰਮਕਾਜ ਵਿੱਚ ਲੱਗੀ ਹੋਈ ਸੀ। ਹੁਣ ਮੈਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ। ਮੇਰੀ ਸੱਸ ਨੇ ਘਰ ਦਾ ਸਾਰਾ ਕੰਮ ਕਰ ਦਿੱਤਾ ਸੀ। ਸ਼ਾਇਦ ਇਸ ਲਈ ਪ੍ਰਦੀਪ ਇੰਨਾ ਗੁੱਸਾ ਸੀ। ਉਹ ਫਿਰ ਛੱਤ ਤੇ ਜਾ ਚੁੱਕਿਆ ਸੀ, ਕਿਉਂਕਿ ਉਸ ਨੂੰ ਪਤਾ ਸੀ ਕਿ ਮੈਂ ਛੱਤ ਤੇ ਨਹੀਂ ਜਾਵਾਂਗੀ।
ਮੈਂ ਸਾਰਾ ਦਿਨ ਰੋਂਦੀ ਰਹੀ। ਜਿਸ ਵਿਆਹ ਲਈ ਮੈਂ ਇੰਨੇ ਸੁਪਨੇ ਸਜਾਏ ਸੀ ਉਹ ਸਾਰੇ ਟੁੱਟਦੇ ਹੋਏ ਨਜ਼ਰ ਆ ਰਹੇ ਸਨ। ਨਾ ਤਾਂ ਪ੍ਰਦੀਪ ਪੂਰੀ ਤਰ੍ਹਾਂ ਮਿਲਿਆ ਤੇ ਨਾ ਹੀ ਮੈਂ ਉਸ ਦੇ ਦਿਲ ਵਿੱਚ ਜਗ੍ਹਾ ਬਣਾ ਪਾਈ। ਪ੍ਰਦੀਪ ਦੀਆਂ ਗੱਲਾਂ ਤੋਂ ਇਹ ਸਾਫ਼ ਹੋ ਗਿਆ ਸੀ ਕਿ ਜੇ ਮੈਂ ਹੁਣ ਕੋਈ ਗਲਤੀ ਕੀਤੀ ਤਾਂ ਉਹ ਮੈਨੂੰ ਘਰੋਂ ਕੱਢ ਦੇਵੇਗਾ। ਮੇਰੀ ਮੰਮੀ ਦਾ ਵਾਰ-ਵਾਰ ਫੋਨ ਆ ਰਿਹਾ ਸੀ ਕਿ ਵਿਆਹ ਤੋਂ ਬਾਅਦ ਪੇਕੇ ਆਉਣ ਦੀ ਰਸਮ ਹੁੰਦੀ ਹੈ, ਅਸੀਂ ਤੈਨੂੰ ਲੈ ਜਾਂਦੇ ਹਾਂ। ਪਰ ਮੈਂ ਬਿਲਕੁਲ ਵੀ ਜਾਣਾ ਨਹੀਂ ਚਾਹੁੰਦੀ ਸੀ ਕਿਉਂਕਿ ਪ੍ਰਦੀਪ ਤਾਂ ਪਹਿਲਾਂ ਹੀ ਮੇਰੇ ਤੋਂ ਨਾਰਾਜ਼ ਸੀ। ਜੇ ਮੈਂ ਪੇਕੇ ਚਲੀ ਜਾਂਦੀ ਤਾਂ ਸ਼ਾਇਦ ਉਹ ਕਦੇ ਵੀ ਮੇਰੇ ਨਾਲ ਗੱਲ ਨਾ ਕਰਦਾ। ਰਾਤ ਨੂੰ ਫਿਰ ਪ੍ਰਦੀਪ ਕਮਰੇ ਵਿੱਚ ਆਇਆ। ਮੈਨੂੰ ਹੈਰਾਨੀ ਹੋਈ, ਅਚਾਨਕ ਉਸ ਦਾ ਗੁੱਸਾ ਸ਼ਾਂਤ ਕਿਵੇਂ ਹੋ ਗਿਆ। ਉਹ ਮੈਨੂੰ ਪੁੱਛਣ ਲੱਗਿਆ ਕਿ ਤੇਰੀ ਮੰਮੀ ਦਾ ਫੋਨ ਕਿਉਂ ਆਇਆ। ਤਾਂ ਮੈਂ ਸਾਰੀ ਗੱਲ ਦੱਸ ਦਿੱਤੀ ਤਾਂ ਉਹ ਕਹਿਣ ਲੱਗਿਆ ਕਿ ਇਹ ਤਾਂ ਚੰਗੀ ਗੱਲ ਹੈ, ਤੂੰ ਚਲੀ ਜਾ, ਨਹੀਂ ਤੇ ਉਹ ਕਹਿਣਗੇ ਕਿ ਮੈਂ ਨਹੀਂ ਆਉਣ ਦੇ ਰਿਹਾ ਹਾਂਗਾ। ਕੱਲ ਤੋਂ ਮੈਂ ਵੀ ਕੰਮ ਤੇ ਜਾਵਾਂਗਾ, ਸਵੇਰੇ ਜਾ ਕੇ ਰਾਤ ਨੂੰ ਹੀ ਘਰ ਆਵਾਂਗਾ। ਤੂੰ ਇੱਕ ਹਫ਼ਤੇ ਲਈ ਚਲੀ ਜਾਣਾ ਸੀ। ਮੈਂ ਵੀ ਖੁਸ਼ੀ-ਖੁਸ਼ੀ ਮੰਨ ਗਈ। ਪਰ ਪ੍ਰਦੀਪ ਨੇ ਅੱਜ ਫਿਰ ਮੈਨੂੰ ਜਲੇਬੀ ਖਵਾ ਦਿੱਤੀ। ਕਿਹਾ ਕਿ ਆਰਾਮ ਨਾਲ ਖਾਇਆ ਕਰ, ਇਸ ਸ਼ਹਿਰ ਦੇ ਮਸ਼ਹੂਰ ਹਲਵਾਈ ਦੀ ਜਲੇਬੀ ਹੈ। ਮੈਂ ਪ੍ਰਦੀਪ ਦੇ ਇਸ ਤਰ੍ਹਾਂ ਦੇ ਬਦਲਦੇ ਰਵੱਈਏ ਨੂੰ ਦੇਖ ਕੇ ਪਰੇਸ਼ਾਨ ਸੀ। ਉਹ ਜਿੰਨਾ ਸਖਤ ਸੀ ਉਨਾ ਹੀ ਨਰਮ ਵੀ ਸੀ। ਮੇਰੀ ਗਲਤੀ ਕਰਕੇ ਹੀ ਉਹ ਗੁੱਸਾ ਹੋ ਜਾਂਦਾ ਸੀ। ਪ੍ਰਦੀਪ ਕਹਿਣ ਲੱਗੇ ਕਿ ਮੈਂ ਮੰਮੀ ਨੂੰ ਤੇਰੇ ਕੱਲ ਜਾਣ ਬਾਰੇ ਦੱਸ ਕੇ ਆਉਂਦਾ ਹਾਂ, ਮੈਂ ਹੁਣੇ ਆਉਂਦਾ ਹਾਂ, ਤੂੰ ਬੈਠ। ਮੈਂ ਮਨ ਬਣਾ ਲਿਆ ਸੀ ਕਿ ਮੈਂ ਕਿਸੇ ਵੀ ਹਾਲਤ ਵਿੱਚ ਸੌਣਾ ਨਹੀਂ ਹੈ। ਪਰ ਪ੍ਰਦੀਪ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਮੈਂ ਫਿਰ ਸੋ ਚੁੱਕੀ ਸੀ। ਮੈਂ ਸਵੇਰੇ ਫਿਰ ਲੇਟ ਉੱਠੀ। ਪ੍ਰਦੀਪ ਕੰਮ ਤੇ ਚਲਿਆ ਗਿਆ ਸੀ। ਵਿਆਹ ਦੇ ਇੰਨੇ ਦਿਨਾਂ ਬਾਅਦ ਵੀ ਮੈਂ ਪ੍ਰਦੀਪ ਨਾਲ ਕੋਈ ਰਿਸ਼ਤਾ ਨਹੀਂ ਬਣਾ ਪਾਈ। ਮੈਨੂੰ ਰੋਣਾ ਆ ਰਿਹਾ ਸੀ। ਉਸ ਦੇ ਗੁੱਸੇ ਦੀ ਵਜ੍ਹਾ ਸਿਰਫ ਮੈਂ ਸੀ। ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਕੱਪੜੇ ਕਿਵੇਂ ਗਿੱਲੇ ਹੋ ਜਾਂਦੇ ਹਨ। ਸ਼ਾਇਦ ਪ੍ਰਦੀਪ ਮੈਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੋਵੇ। ਮੇਰਾ ਭਰਾ ਮੈਨੂੰ ਲੈਣ ਆਇਆ ਸੀ। ਮਨ ਤਾਂ ਨਹੀਂ ਸੀ ਪਰ ਮੈਂ ਉਸ ਨਾਲ ਚਲੀ ਗਈ। ਮੇਰੇ ਪਰਿਵਾਰ ਵਾਲੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੇਰੀ ਛੋਟੀ ਭੈਣ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਪਰ ਧਿਆਨ ਤਾਂ ਸਾਰਾ ਪ੍ਰਦੀਪ ਵੱਲ ਸੀ। ਮੈਨੂੰ ਤਾਂ ਉੱਥੇ ਨੀਂਦ ਹੀ ਨਹੀਂ ਆ ਰਹੀ ਸੀ, ਜਦੋਂ ਕਿ ਸਸੁਰਾਲ ਵਿੱਚ ਤਾਂ ਮੈਂ ਗਹਿਰੀ ਨੀਂਦ ਵਿੱਚ ਸੋ ਜਾਂਦੀ ਸੀ। ਸਾਡੇ ਗੁਆਂਢ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਮੁੰਡਾ ਆਇਆ ਹੋਇਆ ਸੀ। ਉਹ ਪਹਿਲਾਂ ਵੀ ਉੱਥੇ ਆਉਂਦਾ ਰਹਿੰਦਾ ਸੀ। ਉਸ ਦਾ ਨਾਮ ਪੰਕਜ ਸੀ। ਮੈਨੂੰ ਦੇਖਦੇ ਹੀ ਉਹ ਮੇਰੇ ਪਿੱਛੇ ਘੁੰਮਣ ਲੱਗਾ। ਮੈਂ ਹੈਰਾਨ ਸੀ ਕਿ ਉਸ ਨੂੰ ਕੀ ਹੋਇਆ। ਮੈਨੂੰ ਅਜੀਬ ਜਿਹੀ ਘਬਰਾਹਟ ਹੋ ਰਹੀ ਸੀ। ਪਹਿਲਾਂ ਹੀ ਮੇਰੇ ਤੇ ਪ੍ਰਦੀਪ ਦੇ ਵਿੱਚ ਰਿਸ਼ਤਾ ਠੀਕ ਨਹੀਂ ਸੀ। ਪੰਕਜ ਮੈਨੂੰ ਰੋਕ ਕੇ ਕਹਿਣ ਲੱਗਿਆ, ਮੈਂ ਤੈਨੂੰ ਪਸੰਦ ਕਰਦਾ ਹਾਂ, ਜੇ ਤੂੰ ਕਹੇ ਤਾਂ ਮੈਂ ਤੇਰੇ ਘਰ ਵਿੱਚ ਰਿਸ਼ਤਾ ਭੇਜ ਦੇਵਾਂ। ਪੰਕਜ ਦੇ ਇਹਨਾਂ ਸ਼ਬਦਾਂ ਨਾਲ ਤਾਂ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ, ਮੇਰਾ ਵਿਆਹ ਹੋ ਚੁੱਕਿਆ ਹੈ, ਚੰਗਾ ਹੋਵੇਗਾ ਕਿ ਅੱਗੇ ਤੋਂ ਮੇਰੇ ਨਾਲ ਇਸ ਬਾਰੇ ਕੋਈ ਗੱਲ ਨਾ ਕਰੀ। ਪੰਕਜ ਨੇ ਕਿਹਾ, ਮੈਂ ਤੈਨੂੰ ਹਮੇਸ਼ਾ ਤੋਂ ਪਿਆਰ ਕਰਦਾ ਸੀ। ਮੇਰਾ ਸ਼ਹਿਰ ਵਿੱਚ ਵਧੀਆ ਘਰ ਹੈ। ਮੈਂ ਤਾਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਨੂੰ ਕੀ ਪਤਾ ਸੀ ਕਿ ਤੇਰਾ ਵਿਆਹ ਇੰਨੀ ਜਲਦੀ ਹੋ ਜਾਵੇਗਾ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਅੱਜ ਤਾਂ ਅਜਿਹੀ ਗੱਲ ਕਹਿ ਦਿੱਤੀ, ਅੱਗੇ ਤੋਂ ਕਦੇ ਨਾ ਕਰਨਾ। ਤੇਰੀ ਇੱਕ ਗਲਤੀ ਮੈਨੂੰ ਬਦਨਾਮ ਕਰ ਸਕਦੀ ਹੈ। ਪੰਕਜ ਬਿਨਾਂ ਕੁਝ ਕਹੇ ਚਲਿਆ ਗਿਆ। ਹਫ਼ਤੇ ਬਾਅਦ ਮੈਂ ਵੀ ਸਸੁਰਾਲ ਵਾਪਸ ਆ ਗਈ। ਪ੍ਰਦੀਪ ਵੀ ਅੱਜ ਘਰ ਹੀ ਸੀ। ਉਹ ਮੰਮੀ ਦੇ ਕਮਰੇ ਵਿੱਚ ਸੀ। ਮੈਂ ਕਮਰੇ ਵਿੱਚ ਸਮਾਨ ਰੱਖ ਕੇ ਉਹਨਾਂ ਕੋਲ ਗਈ ਤਾਂ ਮੇਰੀ ਸੱਸ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਸੋਚ ਨਹੀਂ ਸਕਦੀ ਸੀ ਕਿ ਮੇਰਾ ਘਰ ਉਜਾੜਨ ਵਾਲੀ ਕੋਈ ਹੋਰ ਨਹੀਂ, ਸਗੋਂ ਮੇਰੀ ਆਪਣੀ ਸੱਸ ਹੈ। ਉਹ ਗੁੱਸੇ ਵਿੱਚ ਪ੍ਰਦੀਪ ਨੂੰ ਕਹਿ ਰਹੀ ਸੀ ਕਿ ਮੈਂ ਕਿਹਾ ਸੀ ਤਲਾਕ ਦੇ ਪੇਪਰ ਬਣਵਾ ਕੇ ਰੱਖੀ, ਪਰ ਤੈਨੂੰ ਕੁਝ ਹੋਸ਼ ਹੀ ਨਹੀਂ ਹੈ। ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਤੇਰੀ ਪਤਨੀ ਕਿੰਨੀ ਗਲਤ ਹੈ, ਪਰ ਤੇਰੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਪ੍ਰਦੀਪ ਕਹਿ ਰਿਹਾ ਸੀ ਕਿ ਮਾਂ ਮੇਰੇ ਲਈ ਉਸ ਨੂੰ ਛੱਡਣਾ ਮੁਸ਼ਕਿਲ ਹੈ। ਉਹ ਮੇਰੀ ਪਤਨੀ ਹੈ, ਪਰ ਮੇਰੀ ਸੱਸ ਮੇਰੀਆਂ ਬੁਰਾਈਆਂ ਕਰ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਮੇਰੀ ਸੱਸ ਤਾਂ ਮੈਨੂੰ ਇੰਨੇ ਚਾਅ ਨਾਲ ਵਿਆਹ ਕੇ ਲਿਆਈ, ਫਿਰ ਉਹ ਮੇਰਾ ਤਲਾਕ ਕਿਉਂ ਕਰਵਾਉਣਾ ਚਾਹੁੰਦੀ ਸੀ, ਜਦੋਂ ਕਿ ਪ੍ਰਦੀਪ ਮੇਰੀ ਖਾਤਰ ਮਾਂ ਨਾਲ ਲੜ ਰਿਹਾ ਸੀ। ਮੈਂ ਪੂਰੀ ਤਰ੍ਹਾਂ ਉਲਝ ਚੁੱਕੀ ਸੀ। ਰਾਤ ਨੂੰ ਪ੍ਰਦੀਪ ਜਦੋਂ ਮੇਰੇ ਕਮਰੇ ਵਿੱਚ ਆਏ,
ਉਹ ਅੱਜ ਵੀ ਜਲੇਬੀ ਲੈ ਕੇ ਆਏ, ਪਰ ਮੇਰਾ ਜਲੇਬੀ ਖਾਣ ਦਾ ਮਨ ਨਹੀਂ ਸੀ। ਇਸ ਲਈ ਮੈਂ ਫੜ ਕੇ ਇੱਕ ਪਾਸੇ ਰੱਖ ਦਿੱਤੀ। ਪ੍ਰਦੀਪ ਨੂੰ ਮੰਮੀ ਨੇ ਕਿਸੇ ਕੰਮ ਲਈ ਆਵਾਜ਼ ਲਗਾਈ ਤਾਂ ਉਹ ਕਮਰੇ ਵਿੱਚੋਂ ਬਾਹਰ ਚਲੇ ਗਏ। ਮੈਂ ਜਲੇਬੀਆਂ ਤੇ ਲਿਫਾਫਾ ਛੁਪਾ ਦਿੱਤਾ ਕਿਉਂਕਿ ਮੈਂ ਖਾਣਾ ਨਹੀਂ ਚਾਹੁੰਦੀ ਸੀ ਤੇ ਮੈਂ ਅੱਖਾਂ ਬੰਦ ਕਰਕੇ ਪੈ ਗਈ। ਜਦੋਂ ਪ੍ਰਦੀਪ ਕਮਰੇ ਵਿੱਚ ਵਾਪਸ ਆਏ ਤਾਂ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਜੋ ਮੈਂ ਦੇਖਿਆ, ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ। ਪ੍ਰਦੀਪ ਨੇ ਮੇਰੇ ਤੇ ਪਾਣੀ ਦਾ ਜੱਗ ਭਰ ਕੇ ਪਾ ਦਿੱਤਾ। ਮੈਂ ਅੱਖਾਂ ਖੋਲ੍ਹੀਆਂ ਕਿ ਪ੍ਰਦੀਪ ਨੇ ਅਜਿਹਾ ਕਿਉਂ ਕੀਤਾ। ਫਿਰ ਪ੍ਰਦੀਪ ਕਿਸੇ ਨੂੰ ਆਵਾਜ਼ ਦੇ ਕੇ ਕਹਿਣ ਲੱਗਾ ਕਿ ਅੰਦਰ ਆ ਜਾਓ, ਇਹ ਪੂਰੀ ਤਰ੍ਹਾਂ ਬੇਹੋਸ਼ ਹੋ ਚੁੱਕੀ ਹੈ। ਥੋੜੇ ਸਮੇਂ ਬਾਅਦ ਇੱਕ ਖੂਬਸੂਰਤ ਕੁੜੀ ਮੇਰੇ ਕਮਰੇ ਵਿੱਚ ਆਈ। ਉਹ ਬੈੱਡ ਤੇ ਪ੍ਰਦੀਪ ਨਾਲ ਬੈਠ ਗਈ। ਉਹਨਾਂ ਨੂੰ ਇਸ ਤਰ੍ਹਾਂ ਇਕੱਠੇ ਦੇਖ ਕੇ ਮੇਰੇ ਤਾਂ ਸਾਹ ਸੁੱਕ ਗਏ। ਇਸ ਤੋਂ ਜ਼ਿਆਦਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ, ਇਸ ਲਈ ਮੈਂ ਉੱਠ ਕੇ ਬੈਠ ਗਈ। ਮੈਨੂੰ ਜਾਗਦਾ ਦੇਖ ਕੇ ਉਹ ਦੋਨੋਂ ਹੈਰਾਨ ਹੋ ਗਏ, ਪਰ ਮੇਰੇ ਅੰਦਰ ਸਵਾਲਾਂ ਦਾ ਤੂਫਾਨ ਉੱਠ ਰਿਹਾ ਸੀ। ਮੈਂ ਪ੍ਰਦੀਪ ਨੂੰ ਪੁੱਛਣ ਲੱਗੀ ਕਿ ਇਹ ਕੁੜੀ ਕੌਣ ਹੈ, ਸਾਡੇ ਕਮਰੇ ਵਿੱਚ ਇਸ ਤਰ੍ਹਾਂ ਕਿਵੇਂ ਆ ਗਈ। ਪ੍ਰਦੀਪ ਕਹਿਣ ਲੱਗਿਆ, ਇਹ ਮੇਰੀ ਪਤਨੀ ਨੇਹਾ ਹੈ। ਮੈਂ ਕਦੇ ਵੀ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਪਰ ਮੰਮੀ ਨੇ ਜ਼ਬਰਦਸਤੀ ਕਰਕੇ ਆਪਣਾ ਵਿਆਹ ਕਰਵਾ ਦਿੱਤਾ। ਆਪਣੇ ਵਿਆਹ ਤੋਂ 2 ਦਿਨ ਪਹਿਲਾਂ ਮੈਂ ਨੇਹਾ ਨਾਲ ਵਿਆਹ ਕਰਵਾ ਲਿਆ ਸੀ ਤਾਂ ਕਿ ਮੰਮੀ ਆਪਣਾ ਵਿਆਹ ਰੋਕ ਦੇਵੇ, ਪਰ ਮੰਮੀ ਨੇ ਮੇਰੀ ਇੱਕ ਨਾ ਸੁਣੀ। ਉਹ ਮੇਰੇ ਦਬਾਅ ਪਾਉਣ ਲੱਗੀ ਸੀ ਕਿ ਮੈਂ ਨੇਹਾ ਤੋਂ ਤਲਾਕ ਲੈ ਲਵਾਂ। ਮੈਂ ਨੇਹਾ ਨੂੰ ਛੱਤ ਵਾਲੇ ਕਮਰੇ ਵਿੱਚ ਰੱਖਿਆ ਹੋਇਆ ਸੀ। ਮੈਂ ਜਲੇਬੀ ਵਿੱਚ ਨਸ਼ੇ ਦੀ ਦਵਾਈ ਮਿਲਾ ਕੇ ਤੈਨੂੰ ਦਿੰਦਾ ਸੀ ਤਾਂ ਤੈਨੂੰ ਨੀਂਦ ਆ ਜਾਵੇ, ਤੇ ਹਰ ਰਾਤ ਨੇਹਾ ਨਾਲ ਇਸ ਕਮਰੇ ਵਿੱਚ ਵਕਤ ਗੁਜ਼ਾਰਦਾ ਸੀ। ਨੇਹਾ ਸ਼ਹਿਰ ਵਿੱਚ ਨੌਕਰੀ ਕਰਦੀ ਸੀ, ਇਸ ਲਈ ਮੰਮੀ ਨੂੰ ਲੱਗਦਾ ਸੀ ਕਿ ਉਹ ਇੱਜ਼ਤਦਾਰ ਨਹੀਂ ਹੈ। ਇਸ ਲਈ ਉਹ ਮੈਨੂੰ ਵਾਰ-ਵਾਰ ਨੇਹਾ ਤੋਂ ਤਲਾਕ ਲੈਣ ਲਈ ਕਹਿੰਦੀ ਸੀ। ਹੁਣ ਮੈਨੂੰ ਸਭ ਸਮਝ ਆ ਗਿਆ ਸੀ ਕਿ ਪ੍ਰਦੀਪ ਨੇ ਮੇਰੇ ਨਾਲ ਵਿਆਹ ਸਿਰਫ ਆਪਣੀ ਮੰਮੀ ਕਰਕੇ ਕਰਵਾਇਆ ਸੀ। ਪ੍ਰਦੀਪ ਨੇ ਸਾਰਾ ਸੱਚ ਮੈਨੂੰ ਦੱਸ ਦਿੱਤਾ ਸੀ। ਮੇਰੇ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਸੀ। ਹੁਣ ਮੈਨੂੰ ਸਮਝ ਆਇਆ ਕਿ ਉਸ ਦਿਨ ਮੇਰੀ ਸੱਸ ਪ੍ਰਦੀਪ ਨੂੰ ਨੇਹਾ ਤੋਂ ਤਲਾਕ ਲੈਣ ਲਈ ਕਹਿ ਰਹੀ ਸੀ। ਮੈਂ ਹੀ ਗਲਤ ਸਮਝ ਲਿਆ ਸੀ। ਮੇਰੀ ਜ਼ਿੰਦਗੀ ਬਰਬਾਦ ਕਰਨ ਪਿੱਛੇ ਮੇਰੀ ਸੱਸ ਦਾ ਇਹ ਹੱਥ ਸੀ। ਉਸਨੇ ਇਹ ਜਾਣਦੇ ਹੋਏ ਵੀ ਉਸ ਦੇ ਬੇਟੇ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ ਹੈ, ਫਿਰ ਵੀ ਉਸ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਮੈਂ ਅਜਿਹੇ ਇਨਸਾਨ ਨਾਲ ਕਦੇ ਵੀ ਨਹੀਂ ਰਹਿ ਸਕਦੀ ਸੀ ਜੋ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਹੋਵੇ ਤੇ ਉਸ ਦੀ ਖਾਤਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੋਵੇ। ਮੈਂ ਆਪਣਾ ਸਮਾਨ ਪੈਕ ਕਰ ਲਿਆ। ਮੇਰੀ ਸੱਸ ਮੈਨੂੰ ਵਾਰ-ਵਾਰ ਸਮਝਾ ਰਹੀ ਸੀ ਕਿ ਪ੍ਰਦੀਪ ਨੇਹਾ ਨੂੰ ਛੱਡ ਦੇਵੇਗਾ, ਪਰ ਮੈਂ ਉਸ ਇਨਸਾਨ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਜੋ ਕਿਸੇ ਹੋਰ ਦਾ ਹੋ ਚੁੱਕਿਆ ਹੋਵੇ। ਆਪਣੇ ਘਰ ਵਾਪਸ ਚਲੀ ਗਈ। ਕੁਝ ਸਮੇਂ ਬਾਅਦ ਮੈਂ ਪ੍ਰਦੀਪ ਤੋਂ ਤਲਾਕ ਲੈ ਲਿਆ। ਮੇਰੇ ਪਰਿਵਾਰ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਮੇਰੇ ਤਲਾਕ ਦੀ ਖਬਰ ਸੁਣ ਕੇ ਪੰਕਜ ਨੇ ਮੇਰੇ ਘਰ ਰਿਸ਼ਤਾ ਭੇਜਿਆ, ਪਰ ਮੈਂ ਇਨਕਾਰ ਕਰ ਦਿੱਤਾ। ਹੁਣ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ। ਮੈਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ। ਜ਼ਰੂਰੀ ਕਿ ਨਹੀਂ ਹਰ ਵਿਆਹ ਕਾਮਯਾਬ ਹੋਵੇ, ਪਰ ਇੱਕ ਨਾਕਾਮ ਵਿਆਹ ਦਾ ਮਤਲਬ ਇਹ ਨਹੀਂ ਹੈ ਕਿ ਇਨਸਾਨ ਵੀ ਨਾਕਾਮ ਹੋਵੇ। ਨਾਕਾਮ ਵਿਆਹ ਤੋਂ ਬਾਅਦ ਮੈਂ ਕਾਮਯਾਬ ਹੋ ਗਈ ਸੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਸਰਕਾਰੀ ਟੀਚਰ ਦੀ ਨੌਕਰੀ ਕਰਨ ਲੱਗੀ ਸੀ। ਹੁਣ ਮੇਰੀ ਜ਼ਿੰਦਗੀ ਵਿੱਚ ਸਕੂਨ ਹੈ ਤੇ ਮੈਂ ਖੁਸ਼ ਵੀ ਹਾਂ। ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਉ ਰਹੀ ਹਾਂ। ਇਸ ਲਈ ਦੋਸਤੋ, ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨੋ। ਕਈ ਵਾਰ ਜ਼ਿੰਦਗੀ ਵਿੱਚ ਅਜਿਹਾ ਹੋ ਜਾਂਦਾ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ, ਪਰ ਇਸ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਖਤਮ ਹੋ ਗਈ। ਸਾਡੇ ਲਈ ਹੋਰ ਰਾਹ ਖੁੱਲ੍ਹ ਜਾਂਦੇ ਹਨ ਜੋ ਜ਼ਿੰਦਗੀ ਨੂੰ ਦੁਬਾਰਾ ਲੀਹ ਤੇ ਲੈ ਆਉਂਦੇ ਹਨ। ਬਸ ਲੋੜ ਹੁੰਦੀ ਹੈ ਥੋੜ੍ਹੀ ਹਿੰਮਤ ਤੇ ਹੌਸਲੇ ਦੀ। ਦੋਸਤੋ, ਕਿਵੇਂ ਦੀ ਲੱਗੀ ਵੀਡੀਓ ਕਮੈਂਟ ਵਿੱਚ ਜ਼ਰੂਰ ਦੱਸਣਾ, ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਰੱਬ ਰਾਖਾ।